Good morning, students. Today I explain the chapter number 2 आज्ञाकारी पुत्र। ਉਦੇਸ਼ ਚਰਚਾ। ਉਦੇਸ਼ ਚਰਚਾ ਮੀਨਸ ਹੁੰਦਾ ਹੈ ਕਿ ਇਸ ਪਾਠ ਨੂੰ ਪੜ੍ਹਨ ਦਾ ਸਾਡਾ ਉਦੇਸ਼ ਕੀ ਹੈ। ਇਸ ਕਹਾਣੀ ਵਿੱਚ ਆਗਿਆਕਾਰੀ ਪੁੱਤਰ ਸ਼ਰਵਣ ਕੁਮਾਰ ਬਾਰੇ ਦੱਸਿਆ ਗਿਆ ਹੈ ਕਿ ਉਹ ਕਿਵੇਂ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ। ਉਸਨੇ ਕਿਵੇਂ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ। ਉਸਨੇ ਉਹਨਾਂ ਦੀ ਸੇਵਾ ਕਰਦਿਆਂ ਹੋਇਆਂ ਕਿਵੇਂ ਪ੍ਰਾਣ ਦੇ ਤਿਆਗ ਦਿੱਤੇ। ਸ਼ਰਵਣ ਕੁਮਾਰ ਨੇ ਕਿਵੇਂ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ ਸੀ ਅਤੇ ਕਿਵੇਂ ਉਸਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਕਰਦੇ ਆਪਣੇ ਪ੍ਰਾਣ ਤਿਆਗ ਦਿੱਤੇ। ਪ੍ਰਾਣ ਤਿਆਗਣਾ ਮੀਨਸ ਹੁੰਦਾ ਹੈ ਮਰ ਜਾਣਾ। ਸ਼ਰਵਣ ਕੁਮਾਰ ਬੜਾ ਆਗਿਆਕਾਰੀ ਪੁੱਤਰ ਸੀ। ਉਹ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕਰਦਾ ਸੀ। ਜੋ ਸ਼ਰਵਣ ਕੁਮਾਰ ਸੀ ਉਹ ਬਹੁਤ ਹੀ ਆਗਿਆਕਾਰੀ ਪੁੱਤਰ ਸੀ। ਉਹ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਬਹੁਤ ਹੀ ਸੇਵਾ ਕਰਦਾ ਸੀ। ਸ਼ਰਵਣ ਦੇ ਮਾਤਾ ਪਿਤਾ ਅੰਨੇ ਸਨ। ਉਹ ਹਮੇਸ਼ਾ ਉਸਨੂੰ ਆਸ਼ੀਰਵਾਦ ਦਿੰਦੇ ਸਨ। ਜੋ ਸ਼ਰਵਣ ਦੇ ਮਾਤਾ ਪਿਤਾ ਸਨ ਉਹ ਅੱਖੋਂ ਅੰਨੇ ਸਨ, ਉਹਨਾਂ ਨੂੰ ਵਿਖਦਾ ਨਹੀਂ ਸੀ ਔਰ ਆਪਣੇ ਮਾਤਾ ਪਿਤਾ ਦੀ ਹਰ ਇੱਕ ਆਗਿਆ ਦਾ ਪਾਲਨ ਕਰਦਾ ਸੀ। ਇਸ ਸਦਕਾ ਉਸਦੇ ਮਾਤਾ ਪਿਤਾ ਹਮੇਸ਼ਾ ਉਸਨੂੰ ਅਸੀਸ ਮੀਨਸ ਹੁੰਦਾ ਹੈ ਬਲੈਸਿੰਗ ਦਿੰਦੇ ਸਨ। ਇੱਕ ਦਿਨ ਉਸਦੇ ਮਾਤਾ ਪਿਤਾ ਨੇ ਉਸਨੂੰ ਕਿਹਾ, ਪੁੱਤਰ ਅਸੀਂ ਬਹੁਤ ਬੁੱਢੇ ਹੋ ਗਏ ਹਾਂ, ਹੁਣ ਸਾਡੇ ਜੀਵਨ ਦਾ ਕੋਈ ਭਰੋਸਾ ਨਹੀਂ ਹੈ। ਮਰਨ ਤੋਂ ਪਹਿਲਾਂ ਅਸੀਂ ਤੀਰਥ ਯਾਤਰਾ ਕਰਨੀ ਚਾਹੁੰਦੇ ਹਾਂ। ਇੱਕ ਦਿਨ ਕੀ ਹੋਇਆ, ਜੋ ਸ਼ਰਵਣ ਕੁਮਾਰ ਦੇ ਮਾਤਾ ਪਿਤਾ ਹਨ ਉਹ ਆਪਣੇ ਪੁੱਤਰ ਨੂੰ ਕਹਿੰਦੇ ਹਨ ਕਿ ਹੁਣ ਅਸੀਂ ਬਹੁਤ ਬਜ਼ੁਰਗ ਹੋ ਚੁੱਕੇ ਹਾਂ, ਬਜ਼ੁਰਗ ਹੋ ਚੁੱਕੇ ਹਾਂ ਕਿ ਪਤਾ ਨਹੀਂ ਕਦੋਂ ਅਸੀਂ ਮਰ ਜਾਈਏ, ਲੇਕਿਨ ਅਸੀਂ ਮਰਨ ਤੋਂ ਪਹਿਲਾਂ ਤੀਰਥ ਸਥਾਨ ਮੀਨਸ ਹੁੰਦਾ ਹੈ ਧਾਰਮਿਕ ਸਥਾਨਾਂ 'ਤੇ ਦੇ ਦਰਸ਼ਨ ਕਰਨਾ। ਉਹ ਕਹਿੰਦੇ ਕਿ ਅਸੀਂ ਮਰਨ ਤੋਂ ਪਹਿਲਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਸ਼ਰਵਣ ਨੇ ਇੱਕ ਵੱਡੀ ਵਿਹੰਗੀ ਤਿਆਰ ਕੀਤੀ। ਉਸਨੇ ਮਾਤਾ ਪਿਤਾ ਨੂੰ ਉਸ ਵਿਹੰਗੀ ਵਿੱਚ ਬਿਠਾਇਆ। ਉਸਨੇ ਵਿਹੰਗੀ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਅਤੇ ਤੀਰਥ ਯਾਤਰਾ ਨੂੰ ਤੁਰ ਪਿਆ। ਜਦੋਂ ਮਾਤਾ ਪਿਤਾ ਨੇ ਆਪਣੇ ਮਨ ਦੀ ਇੱਛਾ ਦੱਸੀ ਅਤੇ ਸ਼ਰਵਣ ਕੁਮਾਰ ਨੇ ਕੀ ਕੀਤਾ, ਜੋ ਵਿਹੰਗੀ ਕੀ ਹੁੰਦੀ, ਇੱਕ ਲੱਕੜੀ ਦੀ ਬਣੀ ਹੁੰਦੀ ਤਰਾਜੂ ਸ਼ੇਪ ਵਿੱਚ ਦੀ ਬਣੀ ਹੋਈ ਚੀਜ਼ ਡੋਂਗੀ ਹੁੰਦੀ ਹੈ ਜਿਸ ਵਿੱਚ ਬੈਠਿਆ ਜਾ ਸਕਦਾ ਹੈ। ਉਸਨੇ ਉਹ ਤਿਆਰ ਕੀਤੀ ਔਰ ਉਸ ਵਿੱਚ ਆਪਣੇ ਮਾਤਾ ਪਿਤਾ ਜੀ ਨੂੰ ਬਿਠਾ ਲਿਆ ਔਰ ਉਸ ਵਿਹੰਗੀ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਅਤੇ ਉਹਨਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਚੱਲ ਪਿਆ। ਇੱਕ ਦਿਨ ਸ਼ਰਵਣ ਆਪਣੇ ਮਾਤਾ ਪਿਤਾ ਨੂੰ ਵਿਹੰਗੀ ਵਿੱਚ ਉਠਾਏ ਇੱਕ ਜੰਗਲੋਂ ਵਿੱਚੋਂ ਲੰਘ ਰਿਹਾ ਸੀ। ਜਦੋਂ ਆਪਣੇ ਮਾਤਾ ਪਿਤਾ ਜੀ ਨੂੰ ਤੀਰਥ ਸਥਾਨ ਦੀ ਯਾਤਰਾ ਕਰਵਾਉਣ ਲਈ ਜਾ ਰਿਹਾ ਸੀ ਅਤੇ ਇੱਕ ਦਿਨ ਉਹ ਇੱਕ ਜੰਗਲ 'ਚੋਂ ਲੰਘਿਆ ਅਤੇ ਉਸ ਸਮੇਂ ਕੀ ਹੋਇਆ, ਸੂਰਜ ਛਿਪ ਰਿਹਾ ਸੀ ਅਤੇ ਹਨੇਰਾ ਪਸਰ ਰਿਹਾ ਮੀਨਸ ਹੁੰਦਾ ਹੈ ਫੈਲ ਰਿਹਾ ਸੀ, ਮਤਲਬ ਕਿ ਰਾਤ ਹੋ ਰਹੀ ਸੀ। ਸ਼ਰਵਣ ਦੇ ਮਾਤਾ ਪਿਤਾ ਨੂੰ ਪਿਆਸ ਲੱਗੀ ਹੋਈ ਸੀ। ਉਹਨਾਂ ਨੇ ਸ਼ਰਵਣ ਕੋਲੋਂ ਪਾਣੀ ਮੰਗਿਆ। ਸ਼ਰਵਣ ਨੇ ਵਿਹੰਗੀ ਨੂੰ ਜ਼ਮੀਨ 'ਤੇ ਰੱਖਿਆ ਅਤੇ ਪਾਣੀ ਦੀ ਤਲਾਸ਼ ਵਿੱਚ ਇੱਕ ਨਦੀ 'ਤੇ ਜਾ ਪੁੱਜਾ ਮੀਨਸ ਹੁੰਦਾ ਹੈ ਪਹੁੰਚ ਗਿਆ। ਤਲਾਸ਼ ਮੀਨਸ ਹੁੰਦਾ ਹੈ ਭਾਲ ਕਰਨਾ, ਸਰਚ ਕਰਨਾ। ਜਦੋਂ ਉਸਦੇ ਮਾਤਾ ਪਿਤਾ ਜੀ ਨੇ ਪਾਣੀ ਮੰਗਿਆ ਅਤੇ ਉਹ ਪਾਣੀ ਦੀ ਤਲਾਸ਼ ਵਿੱਚ ਇੱਕ ਨਦੀ ਦੇ ਕਿਨਾਰੇ ਪਹੁੰਚ ਗਿਆ। ਉਸਨੇ ਘੜੇ ਨੂੰ ਪਾਣੀ ਵਿੱਚ ਡੁਬੋਇਆ ਅਤੇ ਘੜੇ ਵਿੱਚ ਪਾਣੀ ਭਰਨ ਨਾਲ ਗੜਗੜ ਦੀ ਆਵਾਜ਼ ਆਈ। ਜਦੋਂ ਉਸਨੇ ਜੋ ਪਾਣੀ ਲੈਣ ਲਈ ਘੜਾ ਸੀ ਪਾਣੀ ਦੇ ਵਿੱਚ ਡੋਬਿਆ ਅਤੇ ਕੀ ਹੋਇਆ, ਪਾਣੀ ਵਿੱਚੋਂ ਗੜਗੜ ਦੀ ਆਵਾਜ਼ ਆਈ। ਅਚਾਨਕ ਇੱਕ ਤੀਰ ਤੇਜ਼ੀ ਨਾਲ ਆ ਕੇ ਸ਼ਰਵਣ ਦੀ ਛਾਤੀ ਵਿੱਚ ਲੱਗਾ ਔਰ ਇੱਕਦਮ ਜਦੋਂ ਆਵਾਜ਼ ਆਈ ਅਤੇ ਇੱਕਦਮ ਇੱਕ ਤੀਰ ਆਇਆ ਔਰ ਉਸਦੀ ਛਾਤੀ ਵਿੱਚ ਜਾ ਕੇ ਲੱਗ ਗਿਆ। ਉਹ ਹਾਏ ਮਾਂ, ਹਾਏ ਪਿਤਾ ਜੀ ਆਖਦਾ ਹੋਇਆ ਧਰਤੀ 'ਤੇ ਡਿੱਗ ਪਿਆ ਅਤੇ ਦਰਦ ਨਾਲ ਚੀਕਣ ਲੱਗਾ। ਡਿੱਗ ਪਿਆ ਮੀਨਸ ਹੁੰਦਾ ਹੈ ਗਿਰ ਗਿਆ। ਜਦੋਂ ਉਸਦੇ ਤੀਰ ਲੱਗਿਆ ਉਸਨੂੰ ਬਹੁਤ ਦਰਦ ਹੋਈ, ਉਹ ਧਰਤੀ 'ਤੇ ਡਿੱਗ ਪਿਆ ਅਤੇ ਦਰਦ ਨਾਲ ਉਹ ਚੀਕਣ ਲੱਗਾ। ਤੀਰ ਰਾਜਾ ਦਸ਼ਰਥ ਦੀ ਕਮਾਨ ਵਿੱਚੋਂ ਨਿਕਲਿਆ ਸੀ। ਜੋ ਤੀਰ ਆ ਕੇ ਉਸਨੂੰ ਵੱਜਿਆ ਉਹ ਕਿੰਨੇ ਚਲਾਇਆ ਸੀ, ਰਾਜਾ ਦਸ਼ਰਥ ਨੇ, ਜੋ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਸ਼ਰਵਣ ਦੀ ਚੀਖ ਸੁਣ ਕੇ ਰਾਜਾ ਦਸ਼ਰਥ ਉਸ ਪਾਸ ਦੌੜੇ ਗਏ। ਜਦੋਂ ਦਸ਼ਰਥ ਜੀ ਨੂੰ ਪਤਾ ਚੱਲਿਆ ਕਿ ਕਿਸੇ ਇਨਸਾਨ ਨੂੰ ਤੀਰ ਲੱਗਿਆ ਤਾਂ ਦੌੜ ਕੇ ਉਸ ਸ਼ਰਵਣ ਦੇ ਕੋਲ ਪਹੁੰਚ ਗਏ। ਉਹਨਾਂ ਨੇ ਜਦੋਂ ਸ਼ਰਵਣ ਨੂੰ ਤੀਰ ਨਾਲ ਜ਼ਖਮੀ ਹੋਇਆ ਦੇਖਿਆ
ਤਾਂ ਉਹ ਬਹੁਤ ਦੁਖੀ ਹੋਏ। ਸ਼ਰਵਣ ਨੇ ਰਾਜਾ ਦਸ਼ਰਥ ਨੂੰ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਲਈ ਪਾਣੀ ਲੈਣ ਲਈ ਆਇਆ ਸੀ। ਸ਼ਰਵਣ ਨੇ ਰਾਜਾ ਦਸ਼ਰਥ ਨੂੰ ਦੱਸਿਆ ਕਿ ਉਹ ਨਦੀ ਦੇ ਉੱਪਰ ਆਪਣੇ ਮਾਤਾ ਪਿਤਾ ਲਈ ਪਾਣੀ ਲੈਣ ਲਈ ਆਇਆ ਸੀ। ਉਹ ਪਿਆਸੇ ਹਨ, ਕਿਰਪਾ ਕਰਕੇ ਇਹ ਪਾਣੀ ਉਹਨਾਂ ਨੂੰ ਦੇ ਆਓ। ਉਹਨੂੰ ਮਤਲਬ ਕਿ ਉਹ ਆਪ ਦਰਦ ਵਿੱਚ ਹੈ, ਲੇਕਿਨ ਫਿਰ ਵੀ ਕੀ ਕਹਿ ਰਿਹਾ ਕਿ ਮੇਰੇ ਮਾਤਾ ਪਿਤਾ ਪਿਆਸੇ ਬੈਠੇ ਹਨ। ਰਾਜਾ ਦਸ਼ਰਥ ਨੂੰ ਕੀ ਕਹਿ ਰਿਹਾ ਕਿ ਜੋ ਮੈਂ ਪਾਣੀ ਭਰਿਆ ਹੈ ਮੇਰੇ ਮਾਤਾ ਪਿਤਾ ਜੀ ਨੂੰ ਦੇ ਆਓ, ਉਹ ਜੰਗਲ ਵਿੱਚ ਪਿਆਸੇ ਬੈਠੇ ਹੋਏ ਹਨ। ਇੰਨਾ ਕਹਿੰਦੇ ਹੋਈ ਸ਼ਰਵਣ ਨੇ ਪ੍ਰਾਣ ਤਿਆਗ ਦਿੱਤੇ। ਪ੍ਰਾਣ ਤਿਆਗ ਦਿੱਤੇ ਮੀਨਸ ਉਹ ਮਰ ਗਿਆ। ਰਾਜਾ ਦਸ਼ਰਥ ਪਾਣੀ ਲੈ ਕੇ ਸ਼ਰਵਣ ਦੇ ਮਾਤਾ ਪਿਤਾ ਕੋਲ ਪਹੁੰਚਿਆ। ਬਲਕਿ ਹੁਣ ਜਦ ਸ਼ਰਵਣ ਨੇ ਦੱਸਿਆ ਕਿ ਮੇਰੇ ਮਾਤਾ ਪਿਤਾ ਜੀ ਜੰਗਲ ਵਿੱਚ ਪਿਆਸੇ ਹਨ ਅਤੇ ਉਹਨਾਂ ਨੂੰ ਪਾਣੀ ਦੇ ਆਓ, ਅਤੇ ਰਾਜਾ ਦਸ਼ਰਥ ਪਾਣੀ ਲੈ ਕੇ ਸ਼ਰਵਣ ਦੇ ਮਾਤਾ ਪਿਤਾ ਕੋਲ ਪਹੁੰਚ ਗਿਆ। ਉਹਨਾਂ ਨੇ ਆਪਣੇ ਬਾਰੇ ਦੱਸਦੇ ਹੋਏ ਸਾਰੀ ਘਟਨਾ ਦੱਸ ਦਿੱਤੀ। ਰਾਜਾ ਦਸ਼ਰਥ ਨੇ ਉਸਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਦੱਸ ਦਿੱਤਾ ਕਿ ਕਿਵੇਂ ਉਹ ਸ਼ਿਕਾਰ ਖੇਡਣ ਆਏ ਸਨ, ਲੇਕਿਨ ਜਦੋਂ ਪਾਣੀ ਦੀ ਗੜਗੜ ਦੀ ਆਵਾਜ਼ ਆਈ ਉਹਨਾਂ ਨੂੰ ਕੀ ਲੱਗਿਆ ਕੋਈ ਉੱਥੇ ਜਾਨਵਰ ਹੈ। ਇਸੀ ਭੁਲੇਖੇ ਵਿੱਚ ਉਹਨਾਂ ਨੇ ਤੀਰ ਚਲਾਤਾ ਜੋ ਸ਼ਰਵਣ ਦੇ ਆ ਕੇ ਲੱਗ ਗਿਆ। ਸ਼ਰਵਣ ਦੇ ਮਾਤਾ ਪਿਤਾ ਆਪਣੇ ਪੁੱਤਰ ਦੀ ਖਬਰ ਸੁਣ ਕੇ ਬਹੁਤ ਦੁਖੀ ਹੋਏ। ਜਦੋਂ ਸ਼ਰਵਣ ਦੇ ਮਾਤਾ ਪਿਤਾ ਜੀ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਹੁਣ ਪੁੱਤਰ ਨਹੀਂ ਰਿਹਾ ਤੇ ਉਹਨਾਂ ਨੂੰ ਬੜਾ ਦੁੱਖ ਲੱਗਿਆ। ਉਹ ਫੁੱਟ ਕੇ ਰੋਣ ਲੱਗੇ। ਫੁੱਟ ਕੇ ਰੋਣਾ ਮੀਨਸ ਹੁੰਦਾ ਹੈ ਜ਼ੋਰ ਕੀ ਰੋਣ ਲੱਗੇ। ਉਹਨਾਂ ਨੇ ਰੋਂਦਿਆਂ ਹੋਏ ਰਾਜਾ ਦਸ਼ਰਥ ਨੂੰ ਸ਼ਰਾਪ ਦਿੱਤਾ। ਸ਼ਰਾਪ ਮੀਨਸ ਕੀ ਹੁੰਦਾ ਹੈ, ਬਦਸੀਸ ਦਿੱਤੀ। ਔਰ ਕੀ ਬਦਸੀਸ ਦਿੱਤੀ? ਹੇ ਰਾਜਨ, ਜਿਸ ਤਰ੍ਹਾਂ ਅਸੀਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਤੜਫ ਕੇ ਪ੍ਰਾਣ ਤਿਆਗ ਰਹੇ ਹਾਂ, ਉਸੇ ਤਰ੍ਹਾਂ ਤੂੰ ਵੀ ਆਪਣੇ ਪੁੱਤਰ ਦੇ ਵਿਯੋਗ ਵਿੱਚ ਤੜਫ ਕੇ ਮਰੇਗਾ। ਉਹਨਾਂ ਨੇ ਕੀ ਕਿਹਾ ਰਾਜਾ ਦਸ਼ਰਥ ਨੂੰ ਕਿ ਜਿਵੇਂ ਅਸੀਂ ਆਪਣੇ ਪੁੱਤਰ ਤੋਂ ਦੂਰ ਮਤਲਬ ਕਿ ਉਹ ਆਪਣੇ ਪ੍ਰਾਣ ਤਿਆਗ ਗਿਆ ਹੈ ਔਰ ਅਸੀਂ ਵੀ ਉਸ ਦੁੱਖ ਵਿੱਚ ਮਰ ਰਹੇ ਹਾਂ, ਆਪਣੇ ਪ੍ਰਾਣ ਤਿਆਗਣ ਲੱਗੇ ਹਾਂ, ਇਸੇ ਤਰ੍ਹਾਂ ਇੱਕ ਦਿਨ ਐਸਾ ਆਏਗਾ ਤੂੰ ਵੀ ਆਪਣੇ ਪੁੱਤਰ ਦੇ ਦੁੱਖ ਵਿੱਚ ਤੜਪੇਗਾ ਤੇ ਮਰੇਗਾ। ਤੜਫ ਕੇ ਮਰੇਗਾ। ਸ਼ਰਵਣ ਦੇ ਮਾਤਾ ਪਿਤਾ ਨੇ ਪਾਣੀ ਨਾ ਪੀਤਾ ਤੇ ਦੋਹਾਂ ਨੇ ਰੋ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਹੁਣ ਸ਼ਰਵਣ ਦੇ ਜੋ ਮਾਤਾ ਪਿਤਾ ਸਨ ਉਹਨਾਂ ਨੇ ਪਾਣੀ ਨਹੀਂ ਪੀਤਾ ਤੇ ਉਹ ਰੋਂਦੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ ਉਹਨਾਂ ਨੇ।